ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ, ਉਹ ਹੈ 12th ਕਲਾਸ ਦੇ ਸਿਲੇਬਸ 'ਚ ਕਹਾਣੀ ਹੈ ਬਾਬੇ ਵਰਿਆਮੇ ਦੀ ਦਿਵ ਦ੍ਰਿਸ਼ਟੀ। ਬਾਬਾ ਵਰਿਆਮਾ ਇੱਕ ਵਿਅਕਤੀ ਹੈ। ਦਿਵ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਕਿਹੜੀ ਹੁੰਦੀ ਹੈ? ਜਿਸ ਵਿਅਕਤੀ ਨੂੰ ਆਉਣ ਵਾਲੇ ਸਮੇਂ ਦਾ, ਬੀਤੇ ਹੋਏ ਸਮੇਂ ਦਾ, ਸਾਹਮਣੇ ਜਿਹੜਾ ਉਸਦੇ ਕੋਈ ਵੀ ਮਨੁੱਖ ਆਵੇ ਉਸਦੇ ਅਗਲੇ ਪਿਛਲੇ ਜਨਮ ਬਾਰੇ, ਉਸਦਾ ਵਰਤਮਾਨ ਭਵਿੱਖ ਕਾਲ ਭੂਤਕਾਲ ਸਭ ਦੱਸਦੇ ਪਹਿਲਾਂ ਹੀ ਉਸ ਨੂੰ ਕਹਿੰਦੇ ਉਸ ਵਿਅਕਤੀ ਕੋਲ ਦਿਵ ਦ੍ਰਿਸ਼ਟੀ ਹੈ। ਸੋ ਦਿਵ ਦ੍ਰਿਸ਼ਟੀ ਦਾ ਮਤਲਬ ਕੀ ਹੈ? ਤੁਸੀਂ ਸਾਹਮਣੇ ਵਾਲੇ ਵਿਅਕਤੀ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਪਹਿਲਾਂ ਹੀ ਜਾਣ ਲੈਂਦੇ ਹੋ, ਜਾਂ ਅਗਲੇ ਉਸਦੇ ਪਿਛਲੇ ਜਨਮ ਬਾਰੇ ਜਾਂ ਅਗਲੇ ਜਨਮ ਬਾਰੇ ਜਾਣ ਲਓ, ਹੁੰਦੀ ਹੈ ਦਿਵ ਦ੍ਰਿਸ਼ਟੀ। ਸੋ ਕਹਾਣੀ ਜਿਹੜੀ ਹੈ ਬਹੁਤ ਹੀ ਉਮਦਾ ਕਹਾਣੀ ਲਿਖੀ ਹੈ ਸਰਦਾਰ ਚਰਨ ਸਿੰਘ ਸ਼ਹੀਦ ਦੀ ਲਿਖੀ ਹੋਈ ਕਹਾਣੀ ਹੈ ਬਾਬੇ ਵਰਿਆਮੇ ਦੀ ਦਿਵ ਦ੍ਰਿਸ਼ਟੀ। ਇਸ ਕਹਾਣੀ ਵਿੱਚ ਜਿਹੜੇ ਮੁੱਖ ਪਾਤਰ ਆਉਂਦੇ ਨੇ, ਖੁਦ ਬਾਬਾ ਵਰਿਆਮਾ ਹੈ, ਉਸਦੀ ਪਤਨੀ ਹੈ ਗੰਗੋ, ਉਸਦਾ ਇੱਕ ਛੋਟਾ ਬੇਟਾ ਹੈ, ਹੋਰ ਪਿੰਡ ਦੇ ਕਈ ਸਾਰੇ ਲੋਕ ਹਨ। ਸੋ ਜਿਹੜੀ ਇਹ ਕਹਾਣੀ ਇੱਕ ਤਰ੍ਹਾਂ ਦਾ ਵਿਅੰਗ ਹੈ, ਕਟਾਕਸ਼ ਹੈ ਕਿ ਦਿਵ ਦ੍ਰਿਸ਼ਟੀ ਵਰਗੀ ਕੋਈ ਚੀਜ਼ ਨਹੀਂ ਹੁੰਦੀ ਹੈ, ਪਰ ਉਹ ਤੇ ਇੱਕ ਤਰ੍ਹਾਂ ਦਾ ਕਟਾਕਸ਼ ਕੀਤਾ, ਇੱਕ ਮਜ਼ਾਕ ਹੈ। ਬਹੁਤ ਹੀ ਵਧੀਆ ਕਹਾਣੀ ਹੈ ਔਰ ਇੱਕ ਸੁਧਾਰਕ ਦ੍ਰਿਸ਼ਟੀਕੋਣ ਤੋਂ ਲਿਖੀ ਹੋਈ ਵਿਅੰਗ ਭਰਪੂਰ ਹੈ। ਯਾਨੀ ਕਿ ਇੱਕ ਦ੍ਰਿਸ਼ਟੀ, ਇੱਕ ਸੁਧਾਰ ਕਰਨ ਵਾਲੀ ਚੀਜ਼, ਕੋਈ ਵੀ ਸਮਾਜ ਵਿੱਚ ਬੁਰਾਈ ਉਸਨੂੰ ਸੁਧਾਰ ਕਰਨ ਵਾਸਤੇ ਕੋਈ ਚੀਜ਼ ਕਹਾਣੀ ਜੋ ਹੈ ਲਿਖੀ ਜਾਏ ਤਾਂ ਉਸਨੂੰ ਕਹਿੰਦੇ ਸੁਧਾਰਕ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਕਹਾਣੀ। ਸੋ ਇੱਕ ਜਿਹੜੀ ਕਹਾਣੀ ਸੁਧਾਰਕ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਹੋਏ। ਸੋ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਕਿ ਇੱਕ ਪਿੰਡ ਹੈ, ਉਸ ਵਿੱਚ ਇੱਕ ਵਿਅਕਤੀ ਰਹਿੰਦਾ ਹੈ ਜਿਸ ਦਾ ਕਿ ਨਾਮ ਹੈ ਬਾਬਾ ਵਰਿਆਮਾ। ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਬਾਬੇ ਵਰਿਆਮੇ ਨੂੰ ਕੋਈ ਹਕੀਕਤ ਵਿੱਚ ਜਾਂ ਸੱਚ ਵਿੱਚ ਕੋਈ ਦਿਵ ਦ੍ਰਿਸ਼ਟੀ ਪ੍ਰਾਪਤ ਨਹੀਂ ਹੁੰਦੀ ਹੈ। ਇਸ ਕਹਾਣੀ ਵਿੱਚ ਬਾਬਾ ਵਰਿਆਮਾ ਕੀ ਹੁੰਦਾ, ਇੱਕ ਦਿਨ ਥੋੜੀ ਜਿਹੀ ਅਫੀਮ ਖਾ ਲੈਂਦਾ, ਨਸ਼ਾ ਕਰ ਲੈਂਦਾ। ਉਸ ਨਸ਼ੇ ਦੇ ਵਿੱਚ ਆ ਕੇ ਉਹ ਸਾਰੇ ਪਿੰਡ ਦੀਆਂ ਮੰਜੀਆਂ ਜਾਂ ਚਾਰਪਾਈਆਂ ਜਿਹਨੂੰ ਕਹਿੰਦੇ ਨੇ, ਸਾਰੇ ਪਿੰਡ ਦੀਆਂ ਮੰਜੀਆਂ ਇਕੱਠੀਆਂ ਕਰਕੇ ਆਪਣੇ ਘਰ ਲੈ ਆਉਂਦਾ ਇੱਕ ਦਿਨ। ਤੇ ਆਪਣੇ ਘਰ ਲਿਆ ਕੇ ਇੱਕ ਮੰਜੀ ਦੀ ਛੱਤ ਤੇ ਜਾ ਕੇ, ਕੋਠੇ ਤੇ ਜਾ ਕੇ, ਇੱਕ ਮੰਜੀ ਦੇ ਉੱਤੇ ਦੂਸਰੀ, ਦੂਸਰੀ ਉੱਤੇ ਤੀਸਰੀ, ਇੰਜ ਸਾਰੀਆਂ ਮੰਜੀਆਂ ਉੱਤੇ 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 ਲਾ ਦਿੰਦਾ ਹੈ। ਫਿਰ ਸਭ ਤੋਂ ਉਚਲੀ ਮੰਜੀ ਤੇ ਆਪ ਜਾ ਕੇ ਖੜਾ ਹੋ ਜਾਂਦਾ ਹੈ ਤੇ ਰੱਬ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ। ਲੋਕਾਂ ਨੂੰ ਐਵੇਂ ਵਿਖਾਉਂਦੇ ਆ ਕਿ ਜਿਵੇਂ ਉਹ ਰੱਬ ਨਾਲ ਗੱਲਾਂ ਕਰਦਾ ਹੈ। ਤੇ ਉਸਦੀ ਜਿਹੜੀ ਪਤਨੀ ਹੈ, ਬੇਬੇ ਗੰਗੋ ਹੈ, ਉਹ ਵੀ ਉਸ ਨੂੰ ਕਹਿੰਦੀ ਹੈ ਕਿ ਤੂੰ ਲੱਗਦਾ ਅੱਜ ਨਸ਼ਾ ਕੀਤਾ ਜਾਂ ਤੂੰ ਪਾਗਲ ਹੋ ਗਿਆ, ਕਿੰਜ ਦੀਆਂ ਹਰਕਤਾਂ ਕਰਦਾ ਪਿਆ ਵਾ। ਬਟ ਖੈਰ ਉਹ ਬਾਬਾ ਮੰਜੀਆਂ ਉੱਤੇ ਚੜ ਜਾਂਦਾ, ਸਭ ਤੋਂ ਉਤਲੀ ਮੰਜੀ ਉੱਤੇ ਚੜ ਕੇ ਰੱਬ ਨਾਲ ਗੱਲਾਂ ਕਰਦਾ। ਰੱਬ ਨੂੰ ਕਹਿੰਦਾ ਕਿ ਹੇ ਰੱਬਾ, ਮੈਨੂੰ ਨਾ ਤੂੰ ਆਪਣੇ ਦਰਸ਼ਨ ਦੇ, ਮੈਂ ਤੇਰੇ ਕੋਲ ਕੋਈ ਵਰਦਾਨ ਮੰਗਣਾ ਵਾ, ਮੈਂ ਤੇਰੀ ਬੜੀ ਭਗਤੀ ਕੀਤੀ ਆ। ਜਿਵੇਂ ਕਿ ਉਹ ਟੀਵੀ 'ਚ ਤੁਸੀਂ ਵੇਖਦੇ ਹੋ ਕਿ ਬਹੁਤ ਭਗਤੀ ਕਰਦੇ, ਰੱਬ ਦਰਸ਼ਨ ਦਿੰਦਾ ਤੇ ਲੋਕੀ ਵਰਦਾਨ ਮੰਗਦੇ ਤੇ ਰੱਬ ਕਹਿ ਦਿੰਦਾ ਤਥਾਸਤੂ, ਵਰਦਾਨ ਮਿਲ ਜਾਂਦਾ। ਸੋ ਬਾਬਾ ਵੀ ਉਸੇ ਤਰ੍ਹਾਂ ਕੋਸ਼ਿਸ਼ ਕਰ ਰਿਹਾ ਰੱਬ ਨੂੰ ਮਿਲਣ ਵਾਸਤੇ, ਰੱਬ ਨੂੰ ਮਿਲ ਕੇ ਉਸ ਤੋਂ ਕੁਝ ਵਰਦਾਨ ਪ੍ਰਾਪਤ ਕਰ ਲਈ। ਸਾਰੇ ਲੋਕੀ ਕਹਿੰਦੇ ਉਹਨੂੰ ਮਜ਼ਾਕ ਕਰਨ ਦੇ ਨੇ, ਉਸਦੇ ਘਰ ਦੇ ਵੀ ਉਸਨੂੰ ਮਜ਼ਾਕ ਕਰਦੇ ਨੇ ਕਿ ਬਾਬਾ ਨਸ਼ਾ ਖਾ ਕੇ ਚੜਿਆ ਹੋਇਆ ਵਾ ਮੰਜੀ ਉੱਤੇ। ਅਚਾਨਕ ਬਾਬੇ ਨੂੰ ਕਹਿੰਦੇ ਕਿ ਰੱਬ ਦੇ ਦਰਸ਼ਨ ਹੋ ਜਾਂਦੇ ਨੇ। ਫਿਰ ਰੱਬ ਨੂੰ ਦਿਖਾਈ ਦੇ ਜਾਂਦਾ ਤੇ ਇੱਕਦਮ ਸਾਰੇ ਤਰਫ ਇੱਕ ਚਮਕ ਜੀ ਫੈਲ ਜਾਂਦੀ, ਇੱਕ ਨੂਰ ਜਿਹਾ ਫੈਲ ਜਾਂਦਾ ਹੈ। ਤੇ ਬਾਬਾ ਰੱਬ ਕੋਲੋਂ ਵਰਦਾਨ ਕੀ ਮੰਗਦਾ ਹੈ ਕਿ ਮੈਨੂੰ ਦਿਵ ਦ੍ਰਿਸ਼ਟੀ ਮਿਲ ਜੇ, ਮੈਨੂੰ ਲੋਕਾਂ ਦੇ ਆਉਣ ਵਾਲੇ ਸਮੇਂ ਦਾ, ਪਿਛਲੇ ਜਨਮਾਂ ਬਾਰੇ ਸਭ ਪਤਾ ਲੱਗ ਜੇ ਵੀ। ਤੇ ਰੱਬ ਵੀ ਉਹਨੂੰ ਕਹਿ ਦਿੰਦਾ ਤਥਾਸਤੂ, ਕਿ ਉਸਨੂੰ ਵਰਦਾਨ ਮਿਲ ਜਾਂਦਾ ਹੈ। ਤੇ ਬਾਬੇ ਨੂੰ ਕੀ ਪ੍ਰਾਪਤ ਹੋ ਜਾਂਦੀ ਹੈ? ਦਿਵ ਦ੍ਰਿਸ਼ਟੀ। ਬਾਬਾ ਇੰਨੀ ਖੁਸ਼ੀ 'ਚ ਇੰਨਾ ਪਾਗਲ ਹੋ ਜਾਂਦਾ ਵਾ, ਇੰਨਾ ਖੁਸ਼ ਹੋ ਜਾਂਦਾ ਕਿ ਮੈਨੂੰ ਰੱਬ ਨੇ ਦਰਸ਼ਨ ਦਿੱਤੇ ਤੇ ਮੈਨੂੰ ਦਿਵ ਦ੍ਰਿਸ਼ਟੀ ਮਿਲ ਗਈ ਹੈ। ਬਾਬਾ ਜਿਹੜੀ ਮੰਜੀਆਂ ਤੇ ਖਲੋਤਾ ਹੁੰਦਾ, ਸਭ ਤੋਂ ਉੱਚਲੀ ਮੰਜੀ ਤੋਂ ਹੇਠਾਂ ਨੂੰ ਠਾਹ ਨੂੰ ਛਾਲ ਮਾਰ ਦਿੰਦਾ ਹੈ। ਉਸਨੂੰ ਕਾਫੀ ਸੱਟਾਂ ਲੱਗਦੀਆਂ ਨੇ, ਬੇਹੋਸ਼ ਹੋ ਜਾਂਦਾ ਹੈ। ਉਸਦੀ ਪਤਨੀ ਉਸਦੇ ਘਰ ਦੇ ਡਾਕਟਰ ਨੂੰ ਸੱਦਦੇ ਹਨ, ਉਸਦਾ ਇਲਾਜ ਕਰਾਉਂਦੇ ਹਨ। ਰਾਤੀ ਉਹ ਬਾਬਾ ਸੋ ਜਾਂਦਾ ਹੈ। ਅਗਲੇ ਦਿਨ ਜਦੋਂ ਸਵੇਰੇ ਉੱਠਦਾ ਹੈ ਤਾਂ ਉਸਨੂੰ ਚੇਤਾ ਆਉਂਦਾ ਕਿ ਉਸਨੂੰ ਤਾਂ ਦਿਵ ਦ੍ਰਿਸ਼ਟੀ ਮਿਲ ਗਈ ਹੈ, ਤਾਂ ਬੜਾ ਫਿਰ ਖੁਸ਼ ਹੁੰਦਾ ਹੈ। ਬਾਬਾ ਆਪਣੀ ਪਤਨੀ ਵੱਲ ਵੇਖ ਕੇ ਵੇਂਦਾ ਹੈ ਤਾਂ ਉਹਨੂੰ ਉਸਦੇ ਪਿਛਲੇ ਜਨਮ ਦਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਆਪਣੀ ਪਤਨੀ ਦਾ। ਤੇ ਪਤਨੀ ਵੱਲ ਵੇਖ ਕੇ ਕਹਿੰਦਾ ਹੈ ਕਿ ਤੂੰ ਪਿਛਲੇ ਜਨਮ ਵਿੱਚ ਜਿਹੜੀ ਸੀ, ਇੱਕ ਭੈੜੀ ਸ਼ਕਲ ਦੀ, ਬਦ ਸ਼ਕਲ ਦੀ ਪੜਪੁੰਜਨ ਸੀ। ਪੜਪੁੰਜਨ ਹੁੰਦੀ ਦਾਣੇ ਭੁੰਨਣ ਵਾਲੀ, ਜਿਸ ਤਰ੍ਹਾਂ ਕਿ ਮਕਈ ਦੇ ਦਾਣੇ ਜਾਂ ਚਾਵਲ ਜਿਹੜੇ ਲੋਕੀ ਭੁੰਨ ਕੇ ਖਾਂਦੇ ਨੇ। ਕਹਿੰਦਾ ਕਿ ਤੂੰ ਪਿਛਲੇ ਜਨਮ ਦੀ ਪੜਪੁੰਜਨ ਸੀ, ਬਦ ਸ਼ਕਲ ਸੀ, ਭੈੜੀ ਸ਼ਕਲ ਦੀ ਸੀ। ਤੇ ਉਸਦੀ ਪਤਨੀ ਇਹ ਗੱਲ ਸੁਣ ਕੇ ਉਸਨੂੰ ਬਹੁਤ ਬੁਰਾ ਭਲਾ ਬੋਲਦੀ ਹੈ ਕਿ ਹਾਂ ਤੂੰ ਬਹੁਤ ਵੱਡਾ ਕੁਛ, ਤੈਨੂੰ ਬੜੀ ਦਿਵ ਦ੍ਰਿਸ਼ਟੀ ਹੋ ਗਈ, ਤੂੰ ਪਾਗਲ ਹੋ ਗਿਆ, ਤੂੰ ਪਾਗਲਾਂ ਵਾਲੀ ਗੱਲਾਂ ਕਰਦਾ ਪਿਆ। ਇੰਨੇ ਨੂੰ ਬਾਬੇ ਨੂੰ ਆਪਣਾ ਨਿੱਕਾ ਮੁੰਡਾ, ਛੋਟਾ ਬੇਟਾ ਦਿਖਾਈ ਦਿੰਦਾ ਤੇ ਉਹਨੂੰ ਕਹਿੰਦਾ ਕਿ ਤੂੰ ਪਿਛਲੇ ਜਨਮ ਵਿੱਚ ਮੇਰੇ ਸਕੂਲ ਦਾ ਹੈੱਡ ਮਾਸਟਰ ਸਾਂ, ਪ੍ਰਿੰਸੀਪਲ ਸਾਂ। ਤੇ ਫਿਰ ਜਦੋਂ ਪਤੀ ਪਤਨੀ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਬਾਬੇ ਵਿੱਚ ਤੇ ਬੇਬੇ ਵਿੱਚ, ਤਾਂ ਫਿਰ ਉਹ ਬਾਬਾ ਇੰਜ ਆਵਾਜ਼ਾਂ ਦਿੰਦਾ, ਹੈੱਡ ਮਾਸਟਰ ਸਾਹਿਬ ਜੀ ਮੈਨੂੰ ਬਚਾਓ, ਹੈੱਡ ਮਾਸਟਰ ਸਾਹਿਬ ਜੀ ਮੈਨੂੰ ਬਚਾਓ। ਸੋ ਅਕਸਰ ਬੋਰਡ ਦੇ ਪੇਪਰਾਂ 'ਚ ਕੁਐਸਚਨ ਆ ਜਾਂਦੇ ਨੇ ਕਿ ਬਾਬੇ ਦੀ ਪਤਨੀ ਪਿਛਲੇ ਜਨਮ ਵਿੱਚ ਬਾਬੇ ਨੂੰ ਕੀ ਨਜ਼ਰ ਆਈ ਸੀ, ਉਸਦਾ ਬੇਟਾ ਕੀ ਨਜ਼ਰ ਆਇਆ ਸੀ, ਹੋਰ ਵੀ ਜਿਹੜੇ ਪਿੰਡ ਦੇ ਲੋਕਾਂ ਬਾਰੇ ਜਨਮ ਦੱਸੇਗਾ, ਉਹ ਬੋਰਡ ਦੇ ਪੇਪਰਾਂ 'ਚ ਕੁਐਸਚਨ ਆ ਜਾਂਦਾ ਹੈ। ਤੇ ਬਾਬਾ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਤਾਂ ਉਸਨੂੰ ਆਪਣਾ ਆਪ ਇੱਕ ਨਰਪਤ ਰਿਸ਼ੀ ਨਜ਼ਰ ਆਉਂਦਾ ਹੈ ਕਿ ਪਿਛਲੇ ਜਨਮ ਵਿੱਚ ਇੱਕ ਰਿਸ਼ੀ ਸੀ ਜਿਸ ਦੀ ਕਿ ਰਾਜੇ ਇੰਦਰ ਨੇ ਤਪੱਸਿਆ ਭੰਗ ਕੀਤੀ ਸੀ, ਤੇ ਇਸ ਕਰਕੇ ਉਸਨੂੰ ਜਿਹੜਾ ਕਿ ਮਨੁੱਖ ਦਾ ਜਨਮ ਫਿਰ ਤੋਂ ਲੈਣਾ ਪਿਆ ਸੀ। ਉਹ ਨਰਪਤ ਰਿਸ਼ੀ ਸੀ।
सो बाबे नूं अपना आप की नज़र आया, नरपत ऋषि अपनी पत्नी की नज़र आई, एक भैड़ी शक्ल की बद शक्ल की पड़पुंजन नज़र आती है, और बाबे नूं अपना बेटा की नज़र आता है, एक प्री स्कूल का हैडमास्टर जिहड़ा है कि वो नज़र उसनूं आउंदा है। सारे पिंड नूं जदों पता लग जाता है कि बाबे नूं दिव्य दृष्टि प्राप्त हो गई, तो सारे पिंड के लोग फिर उस कोल आउंदे ने पता करन लई कि वो पिछले जन्म विच इस तरह बाबा ने हौली हौली सारे पिंड के जो लोग वेखण आउण लग पे कि बाबे नूं दिव्य दृष्टि प्राप्त हो गई, तो असीं भी पुछीए कि बाबा जी यही पिछले जन्म विच की हाँ। तो इन्हां नूं एक चौधरी नत्था सिंह आउंदा है, चौधरी नत्था सिंह की वोटी यानी कि उसकी पत्नी भी नाल आउंदी है। तो चौधरी नत्था सिंह की वोटी नूं वेख के बाबा कहंदा कि ये तां पिछले जन्म विच पिंड के नंबरदार की पत्नी सी। चौधरी नत्था सिंह की वोटी या पत्नी बारे की दसदा है कि वो पिंड दे इस वक्त पिंड का नंबरदार है, पिछले जन्म उसकी पत्नी सी। नंबरदार की जिहड़ी वोटी हुंदी है वो पिछले जन्म विच उसकी नानी सी, यानी कि चौधरी नत्था सिंह की वोटी किसकी पत्नी निकली इस जन्म विच, इस नंबरदार की वोटी निकली पिछले जन्म विच। ते नंबरदार की जिहड़ी वोटी सी पिछले जन्म विच नंबरदार की ही नानी सी। वो सारे लोग तौबा तौबा करन लग पे, एक दूजे नूं कहण लग पे तू हुण नहीं मेरी पत्नी रही, तू मेरी नानी से, इंज लड़ाइयां होण लग पईयां। फिर रहीमा एक व्यक्ति है, रहीमे नूं बाबे ने दस्सिया कि पिछले जन्म विच कुत्ता सी। रहीमा कोई व्यक्ति उसनूं कह रहा है कि तू पिछले जन्म विच कुत्ता सी। एक फौजा व्यक्ति है, फौजा है, उसनूं कहंदा तू पिछले जन्म विच खोता या गधा सी। वो दोवें एक दूजे नूं छेड़न लग पे, रहीमा ते फौजा एक दूजे नूं मजाक करदे करदे उन्हां विच लड़ाई शुरू हो गई, डांगा चल पईयां, सोटियां चल पईयां, मजाक जिहड़ा सी वधदा वध गया। फिर भाने शाह एक व्यक्ति होर है, भाने शाह पिंड दा, उसदियां 4 भैणां सी, 4 भैणां हैगियां ने। 4 भैणां बारे कहंदा है कि ये 4 भैणां जिहड़ियां ने भाने शाह दियां पिछले जन्म विच मतरईयां या सौतेलियां मावां सी। फिर उन्होंने घर में भी लड़ाई शुरू हो गई, यानी कि जिस भी उसके पिछले जन्म बारे दस रहा सी, उन्होंने घरों में लोगों के घरों में लड़ाइयां शुरू होने लग गई सी। इन्नी को लड़ाइयां पिंड विच हो गया कि सारे पिंड विच डांगा सोटे चलन लग पे। कोई अपने धियां पुत्तर नूं अपनाउण तो मना कर दे कि तू मेरी नहीं धी, तू मेरा पुत्तर नहीं, इस पिछले जन्म में तू मेरी पत्नी नहीं सी, तू मेरी नानी सी, तू मेरी सौतेली माँ सी। यानी कि सारे पिंड विच ही कलेश शुरू हो जाता है जो बाबा उन्होंने सब के पिछले जन्मों बारे दसदा है। तो उस रात किसी के घर भी चुल्हा नहीं बलिया, नहीं कि किसी के घर रोटी नहीं खाधी, सब एक दूसरे तो नाराज होए बैठे हुए सन। अंत सारिਆਂ ने सोचा कि बाबा करी की जांदा है, कि बाबा सानू सारिਆਂ ਦੇ पिछले जन्मों बारे दसी जाता है। ये भी नहीं पता बाबा सच दस रहा कि गलत दस रहा, बाबे नूं कोई दिव्य दृष्टि मिली कि नहीं मिली, तो आप बाबे की गल्लां में आके कि आपस में क्यों लड़ते पे हैं। सो सारे पिंड वालों ने सोचा कि क्यों ना बाबे नूं कुटापा चाढ़ दिता जाए, बाबे तू ही डंडियां ना कुटिया जाए। तो सारे पिंड के लोग जिहड़े ने इकट्ठे होकर बाबे के घर चल के बाबे वरियामे नूं ही कुटन वास्ते बाबे वरियामे ने 100 वारी तौबा करके 100 वारी माफी मंग के पिंड वालियां तो अपनी जिहड़ी सी कि जान बचाई, क्योंकि नहीं तो पिंड वाले ने बहुत बुरा जड़ा कि बाबे नूं कुट देना सी। हुण भी बाबा कहता कि उस कोल दिव्य दृष्टि हैगी है, दिव्य दृष्टि है, लेकिन बाबा हुण डरदा किसी नूं दसदा नहीं है। सो इस कहानी विच जिहड़ा मुख विषय या उद्देश्य निकल के आंदा ना, सब तो इंपॉर्टेंट जिहड़ी लाइन हुण आएगी पेपर विच अक्सर आ जाती है कि अज्ञानता विच ही बरकत है। सानू ज्ञान होना चाहिए, हर चीज़ का सानू ज्ञान होना चाहिए, लेकिन कई बारी ज्ञान ना होना साडे लई बहुत ज़्यादा जरूरी हो जाता है। कई बारी कई चीज़ों का ज्ञान ना हो, उस ही बरकत है, उस ही साडा फायदा है। जे सानू पता लग जाए साडे पिछले जन्म में असीं की सा, साडा परिवार नाल किहड़े परिवार नाल रिश्ता सी, या साडी मौत हुण किदों आनी है, असीं किदों मरांगे, साडे जीवन में की आउण वाला है, तो असीं रोज़ तिल मरांगे, अपनी जिंदगी जिहड़ी आराम नाल खुशी दे नाल शांति नाल नहीं बिता सकते। सो इस कहानी विचों जिहड़ा मुख क्वेश्चन हमेशा निकल के आंदा हुंदा है बोर्ड के पेपरां 'च, इंपॉर्टेंट क्वेश्चन कि बाबे वरियामे की दिव्य दृष्टि कहानी का उद्देश्य की है, विशा की सी, दिव्य दृष्टि उत्ते व्यंग कसना, दिव्य दृष्टि उत्ते व्यंग, ये विशा सी, लेकिन उद्देश्य की निकल के आया अज्ञानता विच ही बरकत है। कई चीज़ों का सानू ज्ञान ना होना ही साडे लई वधिया हुंदा है। सो उम्मीद कर रही है तुहानूं बाबे वरियामे की दिव्य दृष्टि जिहड़ी लिखी किसदी है, चरण सिंह शहीद दी, तुहानूं चंगी तरह समझ आ गई होगी, इसका विशा और उद्देश्य विच फर्क भी समझ आ गया होगा। पर फिर भी जे कोई चीज़ रहेगी तुहानूं नहीं समझ आई, तुसीं मैनूं इनबॉक्स कर सकते हो, कमेंट बॉक्स लिख सकते हो, मैं उसनूं दोबारा पढ़ाउण दी, दोबारा हल करन दी कोशिश करांगी। सो धन्नवाद।